सत श्री अकाल जी ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 4 ਮਾਰਚ ਹੈ, ਦਿਨ ਸ਼ੁੱਕਰਵਾਰ ਹੈ। ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਅੱਜ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਦੇ ਹਾਂ। ਸਭ ਤੋਂ ਪਹਿਲਾਂ ਯੂਕਰੇਨ ਰੂਸ ਜੰਗ ਦੀ ਹੀ ਗੱਲ ਕਰਾਂਗੇ। 24 ਫਰਵਰੀ ਨੂੰ ਸ਼ੁਰੂ ਹੋਇਆ ਯੁੱਧ ਅੱਜ 9ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਹਾਲੇ ਵੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਕਿ ਦੋਵੇਂ ਮੁਲਕ ਜੰਗਬੰਦੀ ਕਰ ਸਕਦੇ ਨੇ। ਹਾਲਾਂਕਿ ਕੱਲ ਮੀਟਿੰਗ ਹੋਈ ਹੈ, ਦੋਵਾਂ ਮੁਲਕਾਂ ਦੇ ਵਫਦਾਂ ਦੇ ਵਿਚਕਾਰ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਉਹ ਖਬਰਾਂ ਵੀ ਤੁਹਾਨੂੰ ਦੱਸਾਂਗੇ। ਪਹਿਲਾਂ ਭਾਰਤੀ ਵਿਦਿਆਰਥੀਆਂ ਦੀ ਗੱਲ ਕਰ ਲੈਂਦੇ ਹਾਂ ਕਿ ਵਿਦਿਆਰਥੀਆਂ ਦੇ ਯੂਕਰੇਨ ਦੇ ਵਿੱਚ ਕੀ ਹਾਲਾਤ ਨੇ। ਸਭ ਤੋਂ ਪਹਿਲਾਂ ਦੋ ਉਹਨਾਂ ਭਾਰਤੀ ਵਿਦਿਆਰਥੀਆਂ ਦੀ, ਖਾਸ ਕਰਕੇ ਪੰਜਾਬ ਦੇ ਇਹ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਰੂਸੀ ਫੌਜ ਨੇ ਫੜ ਲਿਆ, ਬੰਦੀ ਬਣਾ ਲਿਆ। ਉਹਨਾਂ ਦਾ ਮਾਪਿਆਂ ਦੇ ਨਾਲ ਰਾਬਤਾ ਨਹੀਂ ਹੋ ਰਿਹਾ। ਯੂਕਰੇਨ ਦੇ ਵਿੱਚ ਪੜ੍ਹਨ ਗਏ ਪੰਜਾਬ ਦੇ ਆਦਮਪੁਰ ਦੇ ਰਹਿਣ ਵਾਲੇ ਰਜੰਤ ਸਹੋਤਾ ਅਤੇ ਰਮਨਦੀਪ ਸਿੰਘ, ਇਹਨਾਂ ਦੋਨਾਂ ਦਾ ਮਾਪਿਆਂ ਨੂੰ ਕੋਈ ਵੀ ਥਹੁ ਪਤਾ ਨਹੀਂ ਲੱਗ ਰਿਹਾ। ਅਖੀਰ ਤੇ ਇਹਨਾਂ ਦੀ ਜਦੋਂ ਗੱਲਬਾਤ ਹੋਈ ਸੀ ਤਾਂ ਦੋਵੇਂ ਵਿਦਿਆਰਥੀਆਂ ਨੇ ਦੱਸਿਆ ਸੀ ਆਪਣੇ ਮਾਪਿਆਂ ਨੂੰ ਕਿ ਉਹਨਾਂ ਨੂੰ ਰੂਸੀ ਫੌਜ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਲਿਆ। ਰੂਸੀ ਫੌਜ ਆਪਣੇ ਕੈਂਪਾਂ ਦੇ ਵਿੱਚ ਲੈ ਗਈ ਹੈ। ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਫੋਨ ਬੰਦ ਨੇ, ਮਾਪਿਆਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਇਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਰੋਸਾ ਜ਼ਾਹਿਰ ਕੀਤਾ ਹੈ ਕਿ ਜੋ ਵੀ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਦਿੱਤੇ ਗਏ ਨੇ ਉਹਨਾਂ ਤੇ ਬੈਲ ਤਾਂ ਜਾਂਦੀ ਹੈ ਪਰ ਕੋਈ ਫੋਨ ਨਹੀਂ ਚੱਕਦਾ। ਹਾਲਾਂਕਿ ਮਾਪਿਆਂ ਨੇ ਜਲੰਧਰ ਦੇ ਡੀਸੀ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਸ਼ਾਸਨ ਨੇ ਮਦਦ ਦਾ ਭਰੋਸਾ ਦਿੱਤਾ ਹੈ ਪਰ ਬੱਚਿਆਂ ਦੇ ਨਾਲ ਗੱਲ ਨਹੀਂ ਹੋ ਪਾ ਰਹੀ। ਦਰਅਸਲ ਇਹ ਦੋਵੇਂ ਵਿਦਿਆਰਥੀ ਭਾਰਤ ਵਾਪਸ ਆਉਣ ਦੀ ਕੋਸ਼ਿਸ਼ ਦੇ ਵਿੱਚ ਸਨ। ਜਦੋਂ ਸਰਹੱਦ ਤੇ ਪਹੁੰਚੇ ਤਾਂ ਰੂਸੀ ਫੌਜ ਇਹਨਾਂ ਨੂੰ ਆਪਣੇ ਕੈਂਪਾਂ ਦੇ ਵਿੱਚ ਲੈ ਗਈ ਸੀ। ਸੋ ਇਹ ਤਾਂ ਜ਼ਾਹਿਰ ਤੌਰ ਤੇ ਬੱਚਿਆਂ ਦੇ ਦੱਸਣ ਦੇ ਮੁਤਾਬਿਕ ਰੂਸੀ ਫੌਜ ਉਹਨਾਂ ਨੂੰ ਲੈ ਗਈ ਸੀ। ਉਸ ਤੋਂ ਬਾਅਦ ਮਾਪਿਆਂ ਨਾਲ ਸੰਪਰਕ ਨਹੀਂ ਹੋਇਆ। ਯਾਨੀ ਕਿ ਰੂਸ ਦੇ ਵਿੱਚ ਦੋ ਵਿਦਿਆਰਥੀ ਫਸੇ ਹੋਏ ਨੇ। ਪਰ ਇਸੇ ਦਰਮਿਆਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਫ਼ਤਰ ਦੇ ਵੱਲੋਂ ਇੱਕ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨੀ ਸਲਾਮਤੀ ਦਸਤੇ ਨੇ ਜਿਹੜੇ ਉਹ ਭਾਰਤੀ ਵਿਦਿਆਰਥੀਆਂ ਨੂੰ ਬੰਦੀ ਬਣਾ ਕੇ ਮਨੁੱਖੀ ਢਾਲ ਦੇ ਵਜੋਂ ਵਰਤ ਰਹੇ ਨੇ ਤਾਂ ਕਿ ਉਹਨਾਂ ਨੂੰ ਯੂਕਰੇਨ ਛੱਡ ਕੇ ਰੂਸੀ ਇਲਾਕੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਤੇ ਹੁਣ ਭਾਰਤੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਵਿੱਚ ਕਿਸੇ ਵੀ ਭਾਰਤੀ ਵਿਦਿਆਰਥੀ ਨੂੰ ਬੰਦੀ ਨਹੀਂ ਬਣਾਇਆ ਗਿਆ। ਯਾਨੀ ਕਿ ਭਾਰਤ ਨੇ ਰੂਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਨੇ ਦਾਅਵਾ ਕੀਤਾ ਹੈ ਕਿ ਸਾਡੀ ਸਰਕਾਰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਤੇ ਨੇੜਲੇ ਇਲਾਕਿਆਂ ਦੇ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੇ ਲਈ ਖਾਸ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਦੇ ਵਿੱਚ ਸਹਾਈ ਹੋਈ ਹੈ। ਤੇ ਅਸੀਂ ਹੀ ਯੂਕਰੇਨ ਦੀ ਸਰਕਾਰ ਨੂੰ ਕਿਹਾ ਸੀ ਕਿ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾਏ। ਪਰ ਇਹ ਵੀ ਹਕੀਕਤ ਹੈ ਕਿ ਜਿਹੜੇ ਵਿਦਿਆਰਥੀ ਉੱਥੇ ਫਸੇ ਹੋਏ ਨੇ ਜਾਂ ਫਿਰ ਵਾਪਸ ਪਹੁੰਚ ਰਹੇ ਨੇ, ਉਹ ਆ ਕੇ ਦੱਸਦੇ ਨੇ ਕਿ ਜਦੋਂ ਉਹ ਰੇਲ ਗੱਡੀਆਂ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਚੜ੍ਹ ਜਾਂਦੇ ਨੇ ਤਾਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਯੂਕਰੇਨ ਦੇ ਨਾਗਰਿਕਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਹਾਲਾਂਕਿ ਭਾਰਤ ਸਰਕਾਰ ਦਾਅਵਾ ਕਰਦੀ ਹੈ ਕਿ ਬਹੁਤ ਸਾਰੀਆਂ ਫਲਾਈਟਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ। ਭਾਰਤੀ ਫੌਜ ਦੇ ਵੀ 3 ਵਿਸ਼ੇਸ਼ ਜਹਾਜ਼ ਲੱਗੇ ਹੋਏ ਨੇ। ਏਅਰ ਇੰਡੀਆ ਦੀਆਂ ਚਾਰਟਰਡ ਫਲਾਈਟਾਂ ਵਿਦਿਆਰਥੀਆਂ ਨੂੰ ਉੱਥੋਂ ਲਿਆਉਣ ਦੇ ਵਿੱਚ ਜੁਟੀਆਂ ਹੋਈਆਂ ਨੇ। ਪਰ ਮਾਨਸਾ ਦੇ ਵਿਦਿਆਰਥੀ ਆਪਣੇ ਖਰਚੇ ਤੇ ਘਰ ਪਰਤੇ ਨੇ ਕਿਉਂਕਿ ਭਾਰਤ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਫਲਾਈਟਾਂ ਦੇ ਵਿੱਚ ਵਿਦਿਆਰਥੀਆਂ ਤੋਂ ਕੋਈ ਜਿਹੜੀ ਟਿਕਟ ਦੀ ਫੀਸ ਨਹੀਂ ਲਈ ਜਾਂਦੀ, ਸਾਰਾ ਸਰਕਾਰ ਖਰਚਾ ਕਰ ਰਹੀ ਹੈ। ਮਾਨਸਾ ਦੇ ਇੱਕ ਨੌਜਵਾਨ ਤੇ 3 ਲੜਕੀਆਂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਯੂਕਰੇਨ ਦੇ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਕੋਈ ਮਦਦ ਨਹੀਂ ਕਰ ਰਹੀ। ਵਿਦਿਆਰਥੀ ਆਪਣੇ ਪੱਧਰ ਤੇ ਪੈਦਲ, ਬੱਸਾਂ ਜਾਂ ਫਿਰ ਰੇਲ ਗੱਡੀਆਂ ਦਾ ਸਹਾਰਾ ਲੈ ਕੇ ਗੁਆਂਢੀ ਮੁਲਕਾਂ ਦੇ ਵਿੱਚ ਪਹੁੰਚ ਰਹੇ ਨੇ, ਯੂਕਰੇਨ ਦੇ ਗੁਆਂਢੀ ਮੁਲਕਾਂ ਦੇ ਵਿੱਚ। ਉਸ ਤੋਂ ਬਾਅਦ ਉਹ ਆਪਣੇ ਖਰਚੇ ਤੇ ਟਿਕਟ ਖਰੀਦ ਕੇ ਭਾਰਤ ਪਹੁੰਚੇ ਨੇ। ਮਾਨਸਾ ਦੇ ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਹਾਲੇ ਵੀ 7000 ਭਾਰਤੀ ਵਿਦਿਆਰਥੀ ਸਰਹੱਦਾਂ ਤੇ ਫਸੇ ਹੋਏ ਨੇ ਤੇ ਜਿਹੜੇ ਪਿੱਛੇ ਹਲੇ ਸਰਹੱਦਾਂ ਤੇ ਵੀ ਨਹੀਂ ਪਹੁੰਚ ਸਕੇ ਉਹਨਾਂ ਦੀ ਗਿਣਤੀ ਤਾਂ ਇਸ ਤੋਂ ਵੀ ਜ਼ਿਆਦਾ ਹੈ। ਹਰਿਆਣਾ ਦੇ ਪਿਹੋਵਾ ਦੀ ਸਾਕਸ਼ੀ ਵੀ ਆਪਣੇ ਘਰ ਸਹੀ ਸਲਾਮਤ ਆਪਣੇ ਪਰਿਵਾਰ ਦੇ ਕੋਲ ਵਾਪਸ ਪਹੁੰਚ ਗਈ ਹੈ। ਪਰ ਉਸਨੇ ਦੱਸਿਆ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹ ਵਾਪਸ ਮੁੜੀ ਹੈ। ਕੜਾਕੇ ਦੀ ਠੰਡ ਵਿੱਚ 12 ਘੰਟੇ ਉਹਨੂੰ ਖੜੇ ਰਹਿਣਾ ਪਿਆ। ਯੂਕਰੇਨ ਦੇ ਹਾਲਾਤ ਵੀ ਦੱਸੇ ਨੇ। 7 ਦਿਨਾਂ ਦੀ ਪਰੇਸ਼ਾਨੀ ਝੱਲਣ ਤੋਂ ਬਾਅਦ ਸਾਕਸ਼ੀ ਨੂੰ ਆਪਣੇ ਘਰ ਦਾ ਦਰਵਾਜ਼ਾ ਨਸੀਬ ਹੋਇਆ। ਜਲੰਧਰ ਦੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ। ਉਹਨਾਂ ਦੇ ਮਾਪਿਆਂ ਦੀ ਜਾਣਕਾਰੀ ਦੇ ਮੁਤਾਬਿਕ ਉੱਥੇ ਵਿਦਿਆਰਥੀ ਨਸਲੀ ਟਿੱਪਣੀਆਂ ਦਾ ਵੀ ਸ਼ਿਕਾਰ ਹੋ ਰਹੇ ਨੇ। ਸਥਾਨਕ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਵੀਡੀਓ ਬਣਾਉਣ ਤੇ ਫੋਟੋ ਖਿੱਚਣ ਤੇ ਪਾਬੰਦੀ ਲਾ ਦਿੱਤੀ ਹੈ। ਰੇਲਵੇ ਸਟੇਸ਼ਨਾਂ ਤੇ ਉਹਨਾਂ ਨੂੰ ਰੇਲ ਗੱਡੀਆਂ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਖਾਣ ਪੀਣ ਦਾ ਸਮਾਨ ਖਰੀਦਣ ਦੇ ਵਿੱਚ ਵੀ ਸਮੱਸਿਆ ਆ ਰਹੀ ਹੈ। ਰੇਲ ਗੱਡੀਆਂ ਦੇ ਵਿੱਚ ਚੜ੍ਹਨ ਸਮੇਂ ਉਹਨਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਡ ਚੀਰਵੀਂ ਠੰਡ ਉੱਥੇ ਇਸ ਵਕਤ ਪੈ ਰਹੀ ਹੈ। ਕਿਤੇ ਕਿਤੇ ਸਨੋਫਾਲ, ਬਰਫ਼ਬਾਰੀ ਵੀ ਹੋ ਰਹੀ ਹੈ ਤੇ
ਅਜਿਹੇ ਹਾਲਾਤਾਂ ਦੇ ਵਿੱਚ ਖਾਣ ਪੀਣ ਨੂੰ ਕੁਝ ਨਾ ਮਿਲੇ ਤੇ ਠੰਡ ਦੇ ਵਿੱਚ ਉਹਨਾਂ ਨੂੰ ਤੁਰਨਾ ਪਏ ਕਈ ਮੀਲਾਂ ਦੂਰ ਤੱਕ। ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰ ਰਹੇ ਨੇ ਭਾਰਤੀ ਵਿਦਿਆਰਥੀ। ਕੱਲ ਅਸੀਂ ਦੱਸਿਆ ਸੀ ਕਿ ਖਾਰਕੀਵ ਦੇ ਹੋਸਟਲਾਂ ਦੇ ਵਿੱਚੋਂ 1200 ਦੇ ਕਰੀਬ ਵਿਦਿਆਰਥੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਪੈਦਲ ਤੁਰ ਕੇ ਰੇਲਵੇ ਸਟੇਸ਼ਨਾਂ ਤੱਕ ਤਾਂ ਪਹੁੰਚੇ, ਪਰ ਉਹ ਲਗਾਤਾਰ ਦੱਸ ਰਹੇ ਨੇ ਕਿ ਇੱਥੇ ਉਹਨਾਂ ਨੂੰ ਰੇਲ ਗੱਡੀਆਂ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ ਤੇ ਇੱਥੇ ਵਿਦਿਆਰਥੀਆਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਉਸ ਨੂੰ ਜੇ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਫੋਟੋ ਖਿੱਚਣ ਜਾਂ ਫਿਰ ਵੀਡੀਓ ਬਣਾਉਣ ਦੀ, ਤਾਂ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਰੋਕ ਰਹੇ ਨੇ, ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ 200 ਦੇ ਕਰੀਬ ਬੱਚੇ ਰੋਮਾਨੀਆ ਪਹੁੰਚ ਚੁੱਕੇ ਨੇ। ਬਟਾਲਾ ਦੇ 6 ਨੌਜਵਾਨ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ, ਕੋਈ ਬੰਕਰਾਂ ਦੇ ਵਿੱਚ ਲੁਕਿਆ ਬੈਠਾ ਹੈ ਤੇ ਕੋਈ ਹੋਸਟਲ ਦੇ ਵਿੱਚ ਫਸਿਆ ਹੋਇਆ ਹੈ। ਭਾਰਤ ਸਰਕਾਰ ਵਾਰ-ਵਾਰ ਐਡਵਾਈਜ਼ਰੀ ਜਾਰੀ ਕਰਦੀ ਹੈ, ਇੱਕ ਤਾਜ਼ਾ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਉਹ ਵੀ ਤੁਹਾਨੂੰ ਅਸੀਂ ਦੱਸਦੇ ਹਾਂ, ਪਰ ਵਾਰੀ-ਵਾਰੀ ਇਹ ਕਿਹਾ ਜਾਂਦਾ ਕਿ ਫਟਾਫਟ ਤੁਸੀਂ ਉਹਨਾਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਰਹੱਦਾਂ ਤੇ ਪਹੁੰਚੋ, ਪਰ ਸਰਹੱਦਾਂ ਤੇ ਪਹੁੰਚਣਾ ਕੋਈ ਮਜ਼ਾਕ ਨਹੀਂ ਹੈ। ਕਈ 100 ਤੇ ਕਈ ਹਜ਼ਾਰ ਕਿਲੋਮੀਟਰ ਸਰਹੱਦਾਂ ਨੇ ਜਿਨ੍ਹਾਂ ਤੇ ਪਹੁੰਚਣ ਲਈ ਕਿਹਾ ਜਾ ਰਿਹਾ ਹੈ ਤੇ ਉੱਥੋਂ ਤੱਕ ਵਿਦਿਆਰਥੀ ਕਿਵੇਂ ਪਹੁੰਚਣ, ਇਹ ਸਭ ਤੋਂ ਵੱਡੀ ਸਮੱਸਿਆ ਹੈ ਜਿਹਦੇ ਵਿੱਚ ਭਾਰਤ ਸਰਕਾਰ ਮਦਦ ਨਹੀਂ ਕਰ ਰਹੀ। ਇਹ ਇਹਨਾਂ ਵਿਦਿਆਰਥੀਆਂ ਦਾ ਦੋਸ਼ ਹੈ। ਤੇ ਲੋੜਵੰਦਾਂ ਦਾ ਮਸੀਹਾ ਮੰਨੇ ਜਾਣ ਵਾਲੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਹੁਣ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਵੀ ਅੱਗੇ ਆਏ ਨੇ। ਸੋਨੂ ਸੂਦ ਦੇ ਚੈਰੀਟੇਬਲ ਟਰਸਟ ਸੂਦ ਨੇ ਯੂਕਰੇਨ ਦੇ ਭਾਰਤੀ ਦੂਤਾਵਾਸ ਦੇ ਨਾਲ ਸੰਪਰਕ ਕੀਤਾ ਹੈ, ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਪਹਿਲ ਕਦਮੀ ਸ਼ੁਰੂ ਕਰ ਦਿੱਤੀ ਹੈ। ਸੋਨੂ ਸੂਦ ਨੇ ਯੂਕਰੇਨ ਵਿੱਚ ਫਸੇ ਪੰਜਾਬ ਸਮੇਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੱਸੇ ਟਿਕਾਣਿਆਂ ਤੇ ਹੀ ਰਹਿਣ ਤਾਂ ਜੋ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਜਦਕਿ ਦੂਸਰੇ ਪਾਸੇ ਭਾਰਤੀ ਕੌਂਸਲੇਟ ਜੋ ਯੂਕਰੇਨ ਦੇ ਵਿੱਚ ਹੈ ਉਹ ਲਗਾਤਾਰ ਇਹ ਐਡਵਾਈਜ਼ਰੀ ਦੇ ਰਹੇ ਨੇ ਕਿ ਉਹ ਫਟਾਫਟ ਉੱਥੋਂ ਬਾਹਰ ਨਿਕਲ ਕੇ ਸਰਹੱਦਾਂ ਤੇ ਪਹੁੰਚਣ। ਸੋਨੂ ਸੂਦ ਨੇ ਵਿਦਿਆਰਥੀਆਂ ਨੂੰ ਹੌਸਲੇ ਭਰਿਆ ਮੈਸੇਜ ਵੀ ਭੇਜਿਆ ਕਿ ਭਾਰਤੀ ਏਜੰਸੀ ਵਿਦਿਆਰਥੀਆਂ ਦਾ ਡੇਟਾ ਲੈ ਕੇ ਵਿਦਿਆਰਥੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਗਈ ਲੁਧਿਆਣਾ ਦੀ ਤਨੁਸ਼ਰੀ ਵੀ ਆਪਣੇ ਘਰ ਵਾਪਸ ਪਹੁੰਚ ਗਈ ਹੈ, ਪਰ ਘੰਟਿਆਂ ਬੱਧੀ ਤੁਰਦਿਆਂ ਤਨੁਸ਼ਰੀ ਦੇ ਪੈਰਾਂ ਦੇ ਵਿੱਚ ਛਾਲੇ ਪੈ ਗਏ ਸੀ। ਬਹੁਤ ਹੀ ਵਿਖੜਾ ਪਿੰਡ ਆ ਉਸਨੇ ਜਿਸ ਦੀ ਕਹਾਣੀ ਸੁਣਾਈ ਹੈ ਤੇ ਪੋਲੈਂਡ ਦੇ ਵਿੱਚ ਦਾਖਲੇ ਦੇ ਲਈ 2 ਦਿਨ ਲਾਈਨਾਂ ਦੇ ਵਿੱਚ ਖੜ ਕੇ ਇਹਨਾਂ ਨੂੰ ਉਡੀਕ ਕਰਨੀ ਪਈ। ਤਨੁਸ਼ਰੀ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਯੂਕਰੇਨ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ। ਇਸ ਦਰਮਿਆਨ ਯੂਕਰੇਨ ਖਾਸ ਕਰਕੇ ਖਾਰਕੀਵ ਦੇ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਲਈ ਰੱਖਿਆ ਮੰਤਰਾਲੇ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਯੁੱਧ ਦੇ ਹਾਲਾਤ ਜੇ ਉਹਨਾਂ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਬਣਦੇ ਨੇ ਤਾਂ ਉਹਨਾਂ ਨੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਸਭ ਤੋਂ ਪਹਿਲਾਂ ਦੱਸਿਆ ਗਿਆ ਹੈ ਕਿ ਯੁੱਧ ਦੇ ਹਾਲਾਤ ਵਿੱਚ ਉਹਨਾਂ ਨੂੰ ਹਵਾਈ ਹਮਲਾ, ਡਰੋਨ ਹਮਲਾ, ਮਿਜ਼ਾਈਲ ਹਮਲਾ, ਗੋਲੀਬਾਰੀ, ਗ੍ਰੇਨੇਡ, ਵਿਸਫੋਟ, ਮਲਬਾ ਡਿੱਗਣਾ, ਬਿਲਡਿੰਗਾਂ ਦਾ ਡਿੱਗਣਾ ਅਤੇ ਹੋਰ ਬਹੁਤ ਸਾਰੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਇਸ ਦਰਮਿਆਨ ਇੰਟਰਨੈਟ ਬੰਦ ਹੋ ਸਕਦਾ ਹੈ, ਭੋਜਨ ਦੀ ਕਮੀ ਆ ਸਕਦੀ ਹੈ, ਪਾਣੀ ਦੀ ਕਮੀ ਵੀ ਆ ਸਕਦੀ ਹੈ, ਬਹੁਤ ਠੰਡ ਵਾਲੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਟਰਾਂਸਪੋਰਟੇਸ਼ਨ ਹੈ ਜਿਹੜੀ ਉਹ ਬੰਦ ਹੋ ਸਕਦੀ ਹੈ, ਫੌਜੀ ਜਵਾਨਾਂ ਦੇ ਨਾਲ ਵੀ ਆਮੋ ਸਾਹਮਣਾ ਹੋ ਸਕਦਾ ਹੈ। ਤਾਂ ਅਜਿਹੇ ਹਾਲਾਤਾਂ ਵਿੱਚ ਕੀ ਕਰਨਾ ਹੈ? ਭਾਰਤੀ ਨਾਗਰਿਕਾਂ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰੋ, ਮਾਨਸਿਕ ਰੂਪ ਵਿੱਚ ਮਜ਼ਬੂਤ ਰਹੋ, ਯਾਨੀ ਕਿ ਹੌਸਲਾ ਰੱਖੋ, ਆਪਣੇ ਆਪ ਨੂੰ 10 ਭਾਰਤੀ ਵਿਦਿਆਰਥੀਆਂ ਦੇ ਛੋਟੇ ਗਰੁੱਪਾਂ ਦੇ ਵਿੱਚ ਵੰਡ ਲਓ, ਆਪਣੀ ਜਿਹੜੀ ਲੋਕੇਸ਼ਨ ਹੈ ਉਸ ਨੂੰ ਆਪਣੇ ਗਰੁੱਪ ਨੂੰ ਭੇਜਦੇ ਰਹੋ, ਇੱਕ WhatsApp ਗਰੁੱਪ ਬਣਾ ਲਓ ਤੇ ਸਾਰੀ ਜਾਣਕਾਰੀ ਨੂੰ ਦੂਤਾਵਾਸ ਜਿਹੜਾ ਦਿੱਲੀ ਦਾ ਹੈ ਉਸ ਨਾਲ ਸਾਂਝਾ ਕਰੋ। ਫੋਨ ਦੀ ਬੈਟਰੀ ਬਚਾਉਣ ਦੇ ਲਈ ਵੀ ਤੁਹਾਨੂੰ ਕੋਸ਼ਿਸ਼ ਕਰਨੀ ਪਏਗੀ ਤੇ ਜੋ ਨਹੀਂ ਕਰਨਾ ਉਹ ਵੀ ਦੱਸਿਆ ਗਿਆ ਕਿ ਆਪਣੇ ਬੰਕਰ, ਬੇਸਮੈਂਟ ਜਾਂ ਸ਼ੈਲਟਰ 'ਚੋਂ ਬਾਹਰ ਨਾ ਨਿਕਲੋ, ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ, ਸਥਾਨਕ ਪ੍ਰਦਰਸ਼ਨਕਾਰੀਆਂ ਦੇ ਵਿੱਚ ਸ਼ਾਮਿਲ ਨਾ ਹੋਵੋ, ਸੋਸ਼ਲ ਮੀਡੀਆ 'ਤੇ ਕਮੈਂਟ ਕਰਨ ਤੋਂ ਬਚੋ, ਹਥਿਆਰ ਜਾਂ ਕੋਈ ਵੀ ਗੋਲਾ ਬਰੂਦ ਨਾ ਚੱਕੋ। ਇਹ ਵੀ ਕਿਹਾ ਗਿਆ ਕਿ ਕੱਚ ਦੀਆਂ ਖਿੜਕੀਆਂ ਤੋਂ ਦੂਰ ਰਹੋ। ਇਸ ਦੇ ਨਾਲ ਹੀ ਭਾਰਤੀ ਨਾਗਰਿਕਾਂ ਦੇ ਲਈ ਸਰਵਾਈਵਲ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ, ਛੋਟੀ ਕਿੱਟ ਤਿਆਰ ਰੱਖਣ ਨੂੰ ਕਿਹਾ ਗਿਆ ਹੈ। ਤੇ ਰੂਸ ਯੂਕਰੇਨ ਜੰਗ ਦੇ ਦਰਮਿਆਨ ਦੂਜੀ ਵਾਰੀ ਬੇਲਾਰੂਸ ਦੇ ਵਿੱਚ ਰੂਸ ਤੇ ਯੂਕਰੇਨ ਦੇ ਵਫਦਾਂ ਦੇ ਵਿਚਾਲੇ ਗੱਲਬਾਤ ਹੋਈ ਹੈ, ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਯੂਕਰੇਨ ਨੇ ਯੁੱਧ ਵਿਰਾਮ ਅਤੇ ਮਨੁੱਖੀ ਮਦਦ ਦੇ ਲਈ ਸੁਰੱਖਿਅਤ ਗਲਿਆਰਾ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਨਾਗਰਿਕ ਉੱਥੋਂ ਸੁਰੱਖਿਅਤ ਬਾਹਰ ਨਿਕਲ ਸਕਣ। ਉਧਰ ਨੇਟੋ ਦੇ ਵਿੱਚ ਅਮਰੀਕਾ ਦੇ ਰਾਜਦੂਤ ਨੇ ਕਿਹਾ ਕਿ ਨੇਟੋ ਯੂਕਰੇਨ ਦੇ ਉੱਪਰ ਨੋ ਫਲਾਈ ਜ਼ੋਨ ਬਣਾਉਣ ਤੇ ਵਿਚਾਰ ਨਹੀਂ ਕਰ ਰਿਹਾ ਤੇ ਨੇਟੋ ਦੇ ਇਸ ਬਿਆਨ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ, ਨੇਟੋ ਨੂੰ ਕਿਹਾ
ਹੈ ਕਿ ਜੇ ਤੁਹਾਡੇ ਕੋਲ नो फ्लाई ਜ਼ੋਨ ਬਣਾਉਣ ਦੀ ਸ਼ਕਤੀ ਨਹੀਂ ਹੈ ਤਾਂ ਸਾਨੂੰ ਜਹਾਜ਼ ਦੇ ਦਿਓ। ਉਧਰ ਯੂਕਰੇਨ ਦੇ ਨਾਗਰਿਕਾਂ ਤੇ ਰੂਸ ਦੀ ਬੰਬਾਰੀ ਦੇ ਦਰਮਿਆਨ ਕੌਮਾਂਤਰੀ ਅਪਰਾਧ ਅਦਾਲਤ ਦੇ ਵਿੱਚ ਰੂਸ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੂਸ ਦੀ ਫੁੱਟਬਾਲ ਟੀਮ ਤੇ ਫੀਫਾ ਤੇ ਯੂਏਫਾ ਨੇ ਰੋਕ ਲਾ ਦਿੱਤੀ ਹੈ ਤੇ ਹੁਣ ਰੂਸ ਇਸ ਰੋਕ ਨੂੰ ਚੁਣੌਤੀ ਦੇਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਟੀਵੀ ਤੇ ਭਾਸ਼ਣ ਦਿੱਤਾ ਤੇ ਦਾਅਵਾ ਕੀਤਾ ਕਿ ਯੂਕਰੇਨ ਦੇ ਵਿੱਚ ਰੂਸ ਦੀ ਜਿਹੜੀ ਫੌਜੀ ਮੁਹਿੰਮ ਹੈ ਉਹ ਯੋਜਨਾ ਦੇ ਮੁਤਾਬਿਕ ਚੱਲ ਰਹੀ ਹੈ। ਇਸ ਦਰਮਿਆਨ ਰੂਸ ਦੇ ਫੌਜੀ ਬਲਾਂ ਨੇ ਪ੍ਰਮੁੱਖ ਤੱਟੀ ਸ਼ਹਿਰ ਹੈ ਜਿਹੜਾ ਯੂਕਰੇਨ ਦਾ ਖੇਰਸੋਨ ਉਹਦੇ ਤੇ ਮੁਕੰਮਲ ਕਬਜ਼ਾ ਕਰ ਲਿਆ। ਯੂਕਰੇਨ ਦੇ ਦੱਖਣੀ ਤੱਟ ਤੇ ਸਥਿਤ ਇਹ ਸ਼ਹਿਰ ਰੂਸ ਦੇ ਕਬਜ਼ੇ ਵਿੱਚ ਆਉਣ ਵਾਲਾ ਪਹਿਲਾ ਵੱਡਾ ਸ਼ਹਿਰ ਹੈ। ਤੇ ਰਣਨੀਤਿਕ ਰੂਪ ਦੇ ਨਾਲ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਓਪੋਲ ਦੇ ਵਿੱਚ ਵੀ ਭਾਰੀ ਬੰਬਾਰੀ ਚੱਲ ਰਹੀ ਹੈ। ਮੇਅਰ ਨੇ ਦੱਸਿਆ ਕਿ ਰੂਸੀ ਫੌਜ ਨੇ ਸ਼ਹਿਰ ਦੀ ਬਿਜਲੀ, ਪਾਣੀ ਅਤੇ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੀ ਸਪਲਾਈ ਕੱਟ ਦਿੱਤੀ ਹੈ। ਕੀਵ ਤੋਂ 70 ਮੀਲ ਦੂਰ ਉੱਤਰ ਦੇ ਵਿੱਚ ਸਥਿਤ ਚੇਰਨੀਹੀਵ ਸ਼ਹਿਰ ਦੇ ਵਿੱਚ ਵੀ ਹਵਾਈ ਹਮਲਾ ਕੀਤਾ ਹੈ ਰੂਸ ਨੇ, ਜਿਸ ਦੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਲੜਾਈ ਜਦੋਂ ਦੀ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ 10 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਨੇ। ਉਧਰ ਯੂਰਪ ਦੇ ਵਿੱਚ ਸਭ ਤੋਂ ਵੱਡੇ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਵਾਲੇ ਸ਼ਹਿਰ ਤੇ ਦਿਨ ਰਾਤ ਰੂਸ ਬੰਬਾਰੀ ਕਰ ਰਿਹਾ ਹੈ। ਉੱਤਰ ਪੱਛਮੀ ਯੂਕਰੇਨ ਦੇ ਵਿੱਚ ਇਨਰਹੋਡਾਰ ਸ਼ਹਿਰ ਦੇ ਮੇਅਰ ਨੇ ਫੇਸਬੁੱਕ ਤੇ ਜਾਣਕਾਰੀ ਦਿੱਤੀ ਹੈ ਕਿ ਕਈ ਇਲਾਕਿਆਂ ਦੇ ਵਿੱਚ ਬਿਜਲੀ ਵੀ ਚਲੀ ਗਈ ਹੈ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇਸੇ ਦਰਮਿਆਨ ਬਰਤਾਨੀਆ ਦੇ ਰੱਖਿਆ ਮੰਤਰੀ ਬੇਨ ਵਾਲਾਸ ਦਾਅਵਾ ਕਰ ਰਹੇ ਨੇ ਕਿ ਯੂਕਰੇਨ ਦੇ ਵਿੱਚ ਹਮਲਾ ਕਰ ਰਹੀ ਰੂਸ ਦੀ ਫੌਜ ਆਪਣੀ ਯੋਜਨਾ ਤੋਂ ਕਾਫੀ ਪਿੱਛੇ ਚੱਲ ਰਹੀ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਨਾ ਸਿਰਫ ਵੱਡੀ ਗਿਣਤੀ ਵਿੱਚ ਰੂਸੀ ਫੌਜੀ ਮਾਰੇ ਜਾ ਰਹੇ ਨੇ ਬਲਕਿ ਉਹ ਮੈਦਾਨ ਛੱਡ ਕੇ ਵੀ ਭੱਜ ਰਹੇ ਨੇ। ਰੂਸ ਦਾ ਭਾਰੀ ਜਿਹੜਾ ਫੌਜੀ ਸਾਜ਼ੋ ਸਮਾਨ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਤਬਾਹ ਹੋ ਰਿਹਾ ਹੈ। ਰੂਸੀ ਫੌਜੀ ਆਤਮ ਸਮਰਪਣ ਵੀ ਕਰ ਰਹੇ ਨੇ, ਯਾਨੀ ਕਿ ਸਰੈਂਡਰ ਵੀ ਕਰ ਰਹੇ ਨੇ। ਇਹ ਦਾਅਵਾ ਜਿਹੜਾ ਬਰਤਾਨੀਆ ਨੇ ਕੀਤਾ ਹੈ। ਇਸੇ ਦਰਮਿਆਨ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਨਾਲ ਨਵੀਂ ਹੌਟਲਾਈਨ ਸਥਾਪਿਤ ਕੀਤੀ ਹੈ। ਆਪਣਾ ਨਾਮ ਨਾ ਜ਼ਾਹਿਰ ਕਰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਹੌਟਲਾਈਨ 1 ਮਾਰਚ ਨੂੰ ਸਥਾਪਿਤ ਕੀਤੀ ਗਈ ਹੈ। ਅਮਰੀਕੀ ਫੌਜ ਇਸ ਤੋਂ ਪਹਿਲਾਂ ਵੀ ਰੂਸ ਦੇ ਨਾਲ ਹੌਟਲਾਈਨ ਸਥਾਪਿਤ ਕਰ ਚੁੱਕੀ ਹੈ। ਸੀਰੀਆ ਯੁੱਧ ਦੇ ਦੌਰਾਨ ਵੀ ਦੋਵਾਂ ਦੇਸ਼ਾਂ ਨੇ ਅਜਿਹੀ ਹੀ ਹੌਟਲਾਈਨ ਬਣਾਈ ਸੀ। ਯੂਨਾਈਟਿਡ ਨੇਸ਼ਨਸ ਦੇ ਮੁਤਾਬਿਕ 10 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਨੇ ਤਾਂ ਇਸੇ ਦਰਮਿਆਨ ਯੂਰਪੀਅਨ ਯੂਨੀਅਨ ਦਾ ਇਹਨਾਂ ਲੋਕਾਂ ਦੇ ਲਈ ਰਾਹਤ ਭਰਿਆ ਐਲਾਨ ਆਇਆ ਹੈ ਕਿ ਯੂਕਰੇਨ ਦੇ ਸ਼ਰਨਾਰਥੀਆਂ ਨੂੰ 3 ਸਾਲ ਤੱਕ ਅਸਥਾਈ ਨਿਵਾਸ ਪਰਮਿਟ ਦਿੱਤਾ ਜਾਊਗਾ ਤੇ ਇਸ ਤੇ ਸਰਬਸੰਮਤੀ ਬਣ ਗਈ ਹੈ। ਆਪਣੀ ਜਾਨ ਬਚਾ ਕੇ ਭੱਜਣ ਵਾਲੇ ਯੂਕਰੇਨ ਦੇ ਲੋਕਾਂ ਨੂੰ 3 ਸਾਲ ਤੱਕ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਊਗੀ। ਰੁਜ਼ਗਾਰ ਦੇ ਮੌਕੇ ਵੀ ਦਿੱਤੇ ਜਾਣਗੇ, ਸਿੱਖਿਆ ਅਤੇ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਅੱਜ ਤੜਕੇ ਤਾਜ਼ਾ ਜਾਣਕਾਰੀ ਇਹ ਮਿਲੀ ਹੈ ਕਿ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਦੇ ਵਿੱਚ ਬਹੁਤ ਹੀ ਵੱਡੀ ਤਬਾਹੀ ਮਚ ਗਈ ਹੈ। ਇੱਥੇ ਲੋਕ ਲਾਸ਼ਾਂ ਵੀ ਨਹੀਂ ਚੁੱਕ ਪਾ ਰਹੇ। ਇੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਰੂਸ ਦੇ ਵੱਲੋਂ ਬੰਬਾਰੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਦਾਅਵਾ ਕੀਤਾ ਕਿ ਰੂਸੀ ਫੌਜੀਆਂ ਨੂੰ ਰੋਕਣ ਦੇ ਲਈ ਯੂਕਰੇਨ ਦੇ ਆਮ ਲੋਕ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਨਿੱਤਰ ਆਏ ਨੇ ਤੇ ਯੂਕਰੇਨ ਦੇ ਵਿੱਚ ਅਜਿਹੇ ਹਾਲਾਤਾਂ ਦੇ ਦਰਮਿਆਨ ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੇ ਲਈ ਕਹਿ ਦਿੱਤਾ ਹੈ। ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਇਸ ਯੁੱਧ ਦੇ ਵਿੱਚ ਰੂਸ ਦੇ 9000 ਫੌਜੀਆਂ ਨੂੰ ਯੂਕਰੇਨ ਦੀ ਫੌਜ ਨੇ ਮਾਰ ਮੁਕਾਇਆ। ਸੋ ਇਹ ਯੁੱਧ ਦੀ ਤਰਾਸਦੀ ਹੁੰਦੀ ਹੈ। ਯੁੱਧ ਦੇ ਵਿੱਚ ਬਹੁਤ ਨੁਕਸਾਨ ਹੁੰਦਾ ਹੈ, ਜਾਨਾਂ ਦਾ ਵੀ ਨੁਕਸਾਨ ਹੁੰਦਾ ਹੈ, ਮਾਲ ਦਾ ਵੀ ਨੁਕਸਾਨ ਹੁੰਦਾ ਹੈ। ਲੋਕ ਜਿਹੜੇ 10 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਨੇ, ਉਹ ਆਪਣਾ ਸਾਰਾ ਸਾਜ਼ੋ ਸਮਾਨ ਤਾਂ ਨਹੀਂ ਲਿਜਾ ਸਕਦੇ। ਅਜਿਹੇ ਹਾਲਾਤਾਂ ਦੇ ਵਿੱਚ ਸਿਰਫ ਤੇ ਸਿਰਫ ਆਪਣੀ ਜਾਨ ਬਚਾ ਕੇ ਉੱਥੋਂ ਨਿਕਲਣ ਦਾ ਹੀ ਇੱਕ ਆਖਰੀ ਰਾਹ ਹੈ ਜਿਹੜਾ ਉਹ ਰਹਿ ਜਾਂਦਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਇਨਸਾਨ ਦਾ ਇੱਕ ਤਰੀਕੇ ਨਾਲ ਸਭ ਕੁਝ ਉੱਜੜ ਜਾਂਦਾ ਹੈ ਤੇ ਉਸਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਹੈ। ਯੁੱਧ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਕੱਲ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਗੈਂਗਸਟਰ ਭੋਲਾ ਸ਼ੂਟਰ ਦੀ ਭੇਤਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਭੋਲਾ ਸ਼ੂਟਰ ਦੀ ਉਮਰ 30 ਸਾਲ ਦੀ ਸੀ। ਇਹ ਸ਼੍ਰੇਣੀ ਦਾ ਗੈਂਗਸਟਰ ਮਲੇਰਕੋਟਲਾ ਦੇ ਵਿੱਚ ਹੋਏ ਇੱਕ ਕਤਲकांड ਸੰਬੰਧੀ ਇਥੋਂ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ। ਜੇਲ੍ਹ ਪ੍ਰਸ਼ਾਸਨ ਦੀ ਜਾਣਕਾਰੀ ਦੇ ਮੁਤਾਬਿਕ ਲੰਘੀ ਰਾਤ ਅਚਾਨਕ ਭੋਲਾ ਸ਼ੂਟਰ ਦੀ ਛਾਤੀ ਦੇ ਵਿੱਚ ਦਰਦ ਹੋਣ ਲੱਗਿਆ, ਜਿਸ ਤੋਂ ਬਾਅਦ ਤੜਕਸਾਰ ਕਰੀਬ 4 ਵਜੇ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਮੁੱਢਲੀ ਪੜਤਾਲ ਦੌਰਾਨ ਗੈਂਗਸਟਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ। ਹਾਲਾਂਕਿ ਮੌਤ ਦੀ ਅਸਲ ਵਜ੍ਹਾ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।
ਇਸੇ ਦਰਮਿਆਨ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਕੀਤੇ ਕਥਿਤ ਤਸ਼ੱਦਦ ਤੋਂ ਬਾਅਦ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮਰੇ ਵਿਚਾਰ ਅਧੀਨ ਕੈਦੀ ਦਵਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਵੀ ਕੱਲ ਜੇਲ੍ਹ 'ਚ ਬੰਦ 2 ਕੈਦੀਆਂ ਦੀ ਵੀਡੀਓ ਵਾਇਰਲ ਹੋਈ ਹੈ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕ ਵਿਅਕਤੀ ਨਾਲ ਹੋਏ ਝਗੜੇ ਸੰਬੰਧੀ ਮਾਮਲਾ ਹੱਲ ਹੋ ਗਿਆ ਸੀ, ਪਰ ਜੇਲ੍ਹ ਅਮਲੇ ਦੇ ਵੱਲੋਂ ਉਸ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਪਰ ਵੱਡਾ ਸਵਾਲ ਤੇ ਵੱਡੀ ਤਰਾਸਦੀ ਤਾਂ ਇਹੀ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਨੇ, ਕੀ ਉਹਨਾਂ ਦੀ ਕਦੇ ਜਾਂਚ ਸਹੀ ਤਰੀਕੇ ਦੇ ਨਾਲ ਹੋਵੇਗੀ? ਕੀ ਪੜਤਾਲ ਦੇ ਵਿੱਚ ਪਤਾ ਲੱਗੇਗਾ ਕਿ ਅਸਲ ਮੌਤ ਦਾ ਕਾਰਨ ਕੀ ਸੀ, ਜਾਂ ਫਿਰ ਪੁਲਿਸ ਇਸੇ ਤਰ੍ਹਾਂ ਬਚਦੀ ਰਹੇਗੀ? ਉਧਰ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਵੱਲੋਂ ਸਿੱਖ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਮੁੜ ਟਾਲਾ ਵੱਟਣ ਦੇ ਫੈਸਲੇ ਨਾਲ ਜਿੱਥੇ ਪ੍ਰੋਫੈਸਰ ਭੁੱਲਰ ਦਾ ਪਰਿਵਾਰ ਨਿਰਾਸ਼ ਹੈ, ਉੱਥੇ ਹੀ ਸਿੱਖ ਭਾਈਚਾਰਾ ਵੀ ਨਿਰਾਸ਼ ਹੈ ਤੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਪ੍ਰੋਫੈਸਰ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਫੈਸਲੇ ਤੋਂ ਸਾਨੂੰ ਬਹੁਤ ਨਿਰਾਸ਼ਾ ਹੋਈ ਹੈ। ਪਿਛਲੇ 24 ਸਾਲਾਂ ਤੋਂ ਜੇਲ੍ਹ 'ਚ ਬੰਦ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਉਮੀਦ ਜਾਗੀ ਸੀ, ਪਰ ਹੁਣ ਮੁੜ ਤੋਂ ਟੁੱਟ ਗਈ ਹੈ। ਨਵਨੀਤ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ਦਿੱਲੀ ਸਰਕਾਰ ਦੇ ਵੱਲੋਂ ਇਸ ਰਿਹਾਈ ਨੂੰ ਟਾਲਣ ਪਿੱਛੇ ਕੋਈ ਸਿਆਸੀ ਕਾਰਨ ਹੀ ਹੋ ਸਕਦਾ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਦਿੱਲੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਇਸ ਮਾਮਲੇ ਵਿੱਚ ਆਪ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆਉਣ ਦੀ ਗੱਲ ਕਹੀ ਹੈ ਤੇ ਭਾਰਤ ਸਰਕਾਰ ਤੋਂ ਵੀ ਦਖਲ ਦੀ ਮੰਗ ਕੀਤੀ ਹੈ, ਉੱਥੇ ਹੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ ਖਿਲਾਫ ਸੁਪਰੀਮ ਕੋਰਟ ਜਾਣ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਦੇ ਇਸ ਫੈਸਲੇ ਦਾ ਨੋਟਿਸ ਲੈਣ ਤੇ ਰਿਹਾਈ ਨਾ ਹੋਣ ਕਾਰਨ ਜਿੱਥੇ ਸਿੱਖ ਭਾਈਚਾਰਾ ਤੇ ਪਰਿਵਾਰ ਨਿਰਾਸ਼ ਹੈ, ਉੱਥੇ ਹੀ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਕੌਮੀ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਜੇ ਭੁੱਲਰ ਨੂੰ ਰਿਹਾ ਕੀਤਾ ਗਿਆ ਤਾਂ ਮੈਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ। ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਤੇ ਹੱਲੇ ਬੋਲੇ ਜਾ ਰਹੇ ਨੇ, ਇਸ ਦੀ ਵਿਰੋਧਤਾ ਜਿਹੜੀ ਸਿਆਸੀ ਪਾਰਟੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉੱਥੇ ਹੀ ਅੱਜ 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਰੋਸ ਮੁਜ਼ਾਹਰੇ ਕੀਤੇ ਜਾਣਗੇ। BBMB ਦੇ ਵਿੱਚ ਜਿਹੜੀ ਪੰਜਾਬ ਦੀ ਪੱਕੀ ਪ੍ਰਤੀਨਿਧਤਾ ਖਤਮ ਕੀਤੀ ਗਈ ਹੈ, ਉਸ ਤੋਂ ਬਾਅਦ 3 ਡੈਮਾਂ ਤੇ ਵੀ ਹੁਣ ਕੇਂਦਰੀ ਸੁਰੱਖਿਆ ਬਲ ਤੈਨਾਤ ਕੀਤੇ ਜਾਣਗੇ। ਪੰਜਾਬ ਦੇ ਅਮਲੇ ਨੂੰ ਹਟਾ ਦਿੱਤਾ ਜਾਏਗਾ ਤੇ ਇਸ ਦੇ ਨਾਲ ਹੋਰ ਵੀ ਕਈ ਹੱਲੇ ਨੇ ਜਿਹੜੇ ਕੇਂਦਰ ਸਰਕਾਰ ਕਰ ਰਹੀ ਹੈ। ਜਿਹੜਾ ਦਿਹਾਤੀ ਵਿਕਾਸ ਫੰਡ ਹੈ ਉਹ ਵੀ ਰੋਕ ਲਿਆ ਗਿਆ ਹੈ ਕਰੋੜਾਂ ਦਾ। ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਤੇ ਹਮਲਾ ਕੀਤਾ ਹੈ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿੱਚ ਸੰਘੀ ਢਾਂਚੇ ਨੂੰ ਖੋਰਾ ਲਾ ਕੇ ਸੂਬਿਆਂ ਦੇ ਅਧਿਕਾਰਾਂ ਵਿੱਚ ਸਿੱਧਾ ਦਖਲ ਦੇ ਰਹੀ ਹੈ ਤੇ ਕੇਂਦਰ ਦੀ ਦਾਦਾਗਿਰੀ ਦੇ ਮੂਹਰੇ ਪੰਜਾਬ ਨਹੀਂ ਝੁਕੇਗਾ। ਪਰ ਨਾਲ ਹੀ ਪੰਜਾਬ ਦੇ ਲੀਡਰਾਂ ਤੇ ਵੀ ਸਵਾਲ ਉੱਠਦੇ ਨੇ ਕਿ ਜਦੋਂ ਇਹ ਫੈਸਲਾ 2019 ਦੇ ਵਿੱਚ ਹੀ ਲੈਣ ਦੀ ਤਿਆਰੀ ਹੋ ਗਈ ਸੀ, ਬਿੱਲ ਆ ਗਿਆ ਸੀ ਡੈਮ ਸੇਫਟੀ ਬਿੱਲ, ਉਦੋਂ ਕਿਉਂ ਨਹੀਂ ਬੋਲੇ? ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਦੋਸ਼ ਲਾਇਆ ਕਿ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋ ਰਹੀ ਹੈ। ਭਗਵੰਤ ਮਾਨ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੂੰ ਡੈਮਾਂ ਦੀ ਸੁਰੱਖਿਆ ਤੋਂ ਹਟਾਇਆ ਜਾਏਗਾ। ਕੇਂਦਰੀ ਸੁਰੱਖਿਆ ਬਲ ਨੇ ਜਿਹੜੇ ਉਹ ਤੈਨਾਤ ਕੀਤੇ ਜਾਣਗੇ, ਜਦਕਿ ਡੈਮਾਂ ਦੀ ਸੁਰੱਖਿਆ ਤੇ ਜਿਹੜਾ ਖਰਚਾ ਆਊਗਾ 90 ਕਰੋੜ ਦਾ, ਉਹ ਪੰਜਾਬ ਸਮੇਤ ਹੋਰ ਹਿੱਸੇਦਾਰਾਂ ਕੋਲੋਂ ਵਸੂਲ ਕੀਤਾ ਜਾਏਗਾ। ਇਹ ਕਿੱਧਰ ਦਾ ਨਿਆਂ ਹੈ? ਇੱਕ ਪਾਸੇ ਪੰਜਾਬ ਦੇ ਨੌਜਵਾਨਾਂ ਤੋਂ ਰੁਜ਼ਗਾਰ ਖੋਲਿਆ ਗਿਆ, ਦੂਸਰੇ ਪਾਸੇ ਸੁਰੱਖਿਆ ਦਾ ਖਰਚਾ ਪੰਜਾਬ ਸਿਰ ਥੋਪ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਪਬਲਿਸ਼ ਕੀਤੀਆਂ ਗਈਆਂ ਤੇ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ ਵਿਵਾਦਿਤ ਕਿਤਾਬਾਂ ਦੇ ਮਸਲੇ ਦੇ ਵਿੱਚ ਸੰਘਰਸ਼ ਕਰ ਰਹੇ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਦੇ ਲੀਡਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਬਲਦੇਵ ਸਿੰਘ ਸਿਰਸਾ ਨੇ 15 ਮਾਰਚ ਨੂੰ ਧਰਨੇ ਵਾਲੀ ਥਾਂ ਤੇ ਸਿੱਖਾਂ, ਪੰਥ ਹਿਤੈਸ਼ੀਆਂ, ਕਿਸਾਨਾਂ, ਬੁੱਧੀਜੀਵੀਆਂ ਤੇ ਹੋਰ ਜਥੇਬੰਦੀਆਂ ਦਾ ਸਾਂਝਾ ਇਕੱਠ ਵੀ ਸੱਦ ਲਿਆ ਹੈ। ਇਹਨਾਂ ਦਾ ਧਰਨਾ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਮੁੱਖ ਦਫ਼ਤਰ ਦੇ ਬਾਹਰ ਲੱਗਿਆ ਹੋਇਆ। ਤੇ ਹੁਣ ਬਲਦੇਵ ਸਿੰਘ ਸਿਰਸਾ ਨੇ ਆਪਣੇ ਆਪ ਨੂੰ ਸਿੱਖ ਵਿਰੋਧੀ ਤਾਕਤਾਂ ਕਹਿਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਦਰਅਸਲ ਇੱਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਖਾਲਸਾ ਨੇ ਸਿਰਸਾ ਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਤੇ ਸਿੱਖ ਇਤਿਹਾਸ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇਣ ਦਾ ਦੋਸ਼ ਲਾਇਆ ਸੀ ਤੇ ਕਿਹਾ ਸੀ ਕਿ ਇਹ ਸਿੱਖ ਵਿਰੋਧੀ ਤਾਕਤਾਂ ਦੇ ਨਾਲ ਜੁੜੇ ਹੋਏ ਲੋਕ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਹੋਰ ਵੱਡੀਆਂ ਤੇ ਤਾਜ਼ਾ ਖਬਰਾਂ ਲਗਾਤਾਰ ਅਸੀਂ ਖਾਲਸ ਟੀਵੀ ਤੇ ਤੁਹਾਨੂੰ ਦੱਸਦੇ ਰਹਾਂਗੇ। ਧੰਨਵਾਦ।